ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵੇਂ ਕੇ ਸ਼ਲੋਕ 32ਵਾਂ। ਸੁਖ ਮੈਂ ਬਹੁ ਸੰਗੀ ਪਏ, ਦੁਖ ਮੈਂ ਸੰਗ ਨ ਕੋਏ। ਕਉ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਸੁਖ में ਬਹੁ ਸੰਗੀ ਪਏ, ਦੁਖ ਮਹਿ ਸੰਗ ਨ ਕੋਏ। ਕਉ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਬਾਣੀ ਸਾਰੀ ਮਨ ਨੂੰ ਉਪਦੇਸ਼ ਹੈ, ਗੁਰ ਉਪਦੇਸ਼ ਕਹਿ ਲਓ, ਗਿਆਨ ਦਾ ਉਪਦੇਸ਼ ਹੈ। ਜਿਹੜੇ ਮਨ ਬੁੱਧੀ ਸੰਸਾਰ ਜਨਮ ਭਵ ਸਾਗਰ 'ਚ ਲੈ ਕੇ ਇੱਥੇ ਮਾਇਆ 'ਚ ਫਸ ਗਏ ਔਰ ਮਾਇਆ ਨੂੰ ਹੀ ਆਪਣਾ ਮੂਲ ਸਮਝੀ ਜਾ ਰਹੇ ਆ, ਉਹਦੇ ਬਾਰੇ ਆਪਾਂ ਨੂੰ ਗੁਰਬਾਣੀ ਗਿਆਨ ਕਰਾ ਰਹੀ ਹੈ। ਗਿਆਨ ਆਪਾਂ ਨੂੰ ਤਾਂ ਹੋਊਗਾ ਜੇ ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ। ਉਹੀ ਸਤਿਗੁਰੂ ਸਮਝਾ ਰਹੇ ਨੇ, ਸੁਖ ਮੇ ਬਹੁ ਸੰਗੀ ਪਏ, ਦੁੱਖ ਮੇ ਸੰਗ ਨਾ ਕੋਈ। ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੁੰਦਾ ਹੀ ਹੈ। ਸੰਸਾਰ ਆਪਾਂ ਦੇਖਦੇ ਹੀ ਹਾਂ, ਅੰਤ ਨੂੰ ਕੋਈ ਖਰਾ ਨਹੀਂ ਹੁੰਦਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸੋ ਸਭ ਲਾਗੇ ਕਿਆ ਦਾਰਾ ਕਿਆ ਮੀਤ। ਸਤਿਗੁਰੂ ਸਮਝਾਉਂਦੇ ਨੌਵੇਂ ਪਾਤਸ਼ਾਹ ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਬਾਣੀ ਸਮਝਾ ਰਹੀ ਹੈ। ਉਹ ਨਿਰਾਕਾਰ ਦੁਨੀਆ ਨੂੰ, ਭਾਵ ਨਿਰਾਕਾਰ ਤੋਂ ਆਕਾਰ ਤੋਂ ਰਹਿਤ, ਜੋ ਸਾਡੀ ਮਨ ਬੁੱਧੀ ਦਾ ਵਿਸ਼ਾ ਨਹੀਂ, ਉਹਦੇ ਬਾਰੇ ਸਾਨੂੰ ਸਮਝਾ ਰਹੀ ਹੈ। ਹਰ ਜਸ ਗਾਏ ਲੈ ਮਨਾ, ਜੋ ਸੰਗੀ ਹੈ ਤੇਰਾ। ਮਨ ਬੁੱਧੀ ਦਾ ਸੰਗੀ ਜਦੋਂ ਸਰੀਰ ਛੱਡਦਿਆਂ ਕੌਣ ਹੈ? ਹਰ ਹੈ। ਅੰਤਰ ਤੇਰੇ ਹਰ ਵਸ ਹੈ, ਘਟ ਘਟ ਮੈਂ ਹਰ ਜੂ ਵਸੈ। ਸੰਤਨ ਕਹਿਓ ਪੁਕਾਰ, ਬਾਣੀ ਅਨੇਕਾਂ ਉਪਦੇਸ਼ ਦੇ ਕੇ ਪੁਕਾਰ। ਸੰਤ ਕਾ ਮਾਰਗ ਧਰਮ ਕੀ ਪੌੜੀ। ਇਹ ਸੰਤ ਕਾ ਮਾਰਗ ਹੈ, ਧਰਮ ਗਿਆਨ ਆਪਾਂ ਪ੍ਰਾਪਤ ਕਰਨਾ ਹੈ। ਉਹ ਗਿਆਨ ਨੇ ਪੌੜੀ ਚੜ੍ਹਨੀ ਆ, ਕੋਬੜ ਭਾਗੀ ਪਾਵੇ। ਜਿਹੜਾ ਸਾਡਾ ਸੰਸਾਰ 'ਤੇ ਦੁੱਖ ਸੱਕ 'ਚੋਂ ਛੁਟਕਾਰਾ ਹੋਣਾ, ਇਹ ਸੱਚ ਦੇ ਗਿਆਨ ਨਾਲ ਹੀ ਹੋਣਾ। ਆਪਣੀ ਮਤ ਨਾਲ ਤਾਂ ਅੱਜ ਤੱਕ ਕੋਈ ਤਰਿਆ ਨਹੀਂ ਹੈਗਾ। ਜਿੱਥੋਂ ਅਸੀਂ ਹੁਣ ਗੁਰ ਕੀ ਮਤ ਲੈਣੀ ਹੈ, ਮਨ ਸਿਆਣਾ ਬਣ ਗਿਆ। ਜਿੰਨੀਆਂ ਅਸੀਂ ਪਿੱਛੇ ਪ੍ਰਚਲਿਤ ਮੱਤਾਂ ਦੇਖਦੇ ਹਾਂ, ਪੜ੍ਹਦੇ ਹਾਂ, ਸਿਮਰਤ ਸ਼ਾਸਤਰ ਸਾਰੇ ਹੀ ਅਸੀਂ ਵਿਚਾਰਦੇ ਹਾਂ, ਉਹਨਾਂ ਨੂੰ ਦੇਖਦੇ ਹਾਂ। ਉਹ ਸਾਰੇ ਜਿੰਨੀਆਂ ਵੀ ਭਗਤੀਆਂ ਨੇ ਸਰੀਰ ਕਰਕੇ, ਸਰੀਰ ਦੀਆਂ ਲੋੜਾਂ ਕਰਕੇ, ਹਠ ਯੋਗ, ਤਪ ਯੋਗ, ਘਰ-ਬਾਰ ਛੱਡ ਕੇ ਚਲੇ ਜਾਣਾ, ਇਹ ਕੀ ਹੈ? ਸਾਰਾ ਮਨ ਦੀ ਸੋਚ, ਮਾਨਵ ਸੋਚ। ਉਹ 'ਚੋਂ ਫਿਰ ਕੀ ਪ੍ਰਾਪਤ ਹੋਣਾ? ਹੰਕਾਰ। ਧਰਮ ਦਾ ਵਿਸ਼ਾ ਹੁੰਦਾ ਹੈ ਗਿਆਨ ਦਾ, ਧਰਮ ਤੋਂ ਭਾਵ ਗਿਆਨ। ਹੁਣ ਗੁਰੂ ਸਾਹਿਬ 'ਚੋਂ ਅਸੀਂ ਗਿਆਨ ਲੈਣਾ ਸੀ। ਜਿੰਨੀਆਂ ਬਾਕੀ ਪ੍ਰਚਲਿਤ ਮੱਤਾਂ ਨੇ ਉਹ ਤਾਂ ਸਾਰੀਆਂ ਫਾਸਣ ਕੀ ਵਿਧੀਆਂ ਨੇ। ਫਾਸਣ ਕੀ ਵਿਧ ਸਭ ਕੁਝ ਜਾਣੇ, ਉਹ ਤਾਂ ਸਾਰੇ ਹੀ ਜਾਣਦੇ ਨੇ। ਫਸੇ ਬਾਰੇ ਤਾਂ ਆਪਾਂ ਕੀ ਵਿਚਾਰਨਾ, ਆਪਾਂ ਨਿਕਲਣਾ ਕਿਵੇਂ? ਹੁਣ ਆਪਾਂ ਉਹੀ ਵਿਚਾਰੀਏ। ਛੂਟਣ ਕੀ ਇੱਕ ਕੋਈ ਉਹ ਕੀ ਹੈ? ਗੁਰਮਤ। ਹੁਣ ਜਿਹੜੇ ਅਸੀਂ ਸਾਥੀ ਸੰਗੀ ਬਣਾ ਲਏ ਸੰਸਾਰ ਦੇ ਵਿੱਚ, ਉਹ ਸਾਰੇ ਸਾਡੇ ਜਿਹੜੇ ਹੈਗੇ ਆ ਸਰੀਰ ਕਰਕੇ ਨੇ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਉਹ ਝੂਠੀ ਹੋ ਜਾਂਦੀ ਹੈ। ਜਦੋਂ ਆਪਾਂ ਸੰਸਾਰ 'ਚ ਸਰੀਰ ਛੱਡਦੇ ਹਾਂ, ਖਿੰਨਵੇਂ ਕੌੜੇ ਹੋਏ ਜਿਤਨੇ ਮਾਇਆ ਭੋਗ, ਸਾਰੇ ਹੀ ਫਿਰ ਉਹ ਪਰਾਏ ਹੋ ਜਾਂਦੇ। ਸਾਨੂੰ ਜਾਣਾ ਪੈਂਦਾ, ਜਾਣ ਨੂੰ ਜੀ ਨਹੀਂ ਕਰਦਾ। ਔਖੀ ਘੜੀ ਆ, ਅਸੀਂ ਮਾਇਆ ਦੀ ਗਾਈ ਜਾਂਦੇ ਹਾਂ। ਉਹ ਔਖੀ ਘੜੀ ਨਾ ਦੇਖਣ ਦੇਈ, ਆਪਣਾ ਵਿਰਦ ਸੰਭਾਲੇ। ਸਤਿਗੁਰੂ ਉਹੀ ਸਮਝਾਉਂਦੇ ਨੇ ਵੀ ਔਖੀ ਘੜੀ ਤੇਰੇ 'ਤੇ ਆਉਣ ਵਾਲੀ ਹੈ ਭਾਈ, ਤੂੰ ਉਹਦਾ ਜਿਹੜਾ ਹੈਗਾ ਵਾ ਤਿਆਰੀ ਕਰ ਆਪਦੀ। ਉਹੀ ਤਾਂ ਸੰਕਟ ਹੈ, ਜੰਮਣਾ ਮਰਨਾ ਸੰਕਟ ਹੈ। ਇਹ ਜਦੋਂ ਅਸੀਂ ਜਨਮ ਲੈਂਦੇ ਹਾਂ ਸੰਸਾਰ ਦੇ ਵਿੱਚ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਸਤਿਗੁਰੂ ਸਮਝਾਉਂਦੇ ਨੇ ਆਨੰਦ ਸਾਹਿਬ 'ਚ, ਉਦੋਂ ਲਿਵ ਟੁੱਟ ਜਾਂਦੀ ਹੈ, ਜੀਵ ਰੋਂਦਾ ਵਾ। ਪਹਿਲਾਂ ਸਰੀਰ ਕਰਕੇ ਰੋਂਦਾ ਸੀਗਾ, ਲਿਵ ਟੁੱਟਕੀ ਸੀਗੀ ਉਹਦੇ ਕਰਕੇ ਰੋਂਦਾ ਸੀ, ਹੁਣ ਮਾਇਆ ਕਰਕੇ ਰੋਈ ਜਾਂਦਾ। ਆਪਦੇ ਮੂਲ ਨੂੰ ਭੁੱਲ ਗਿਆ। ਹਰ ਬਿਸਰਤ ਸਦਾ ਖਵਾਰੀ, ਹਰ ਬਿਸਰ ਗਿਆ ਤੂੰ, ਹਰ ਬਿਸਰ ਤੇਰੇ ਗੁਣ ਗਲਿਆ। ਜਿਹੜੇ ਇਹਦੇ ਗੁਣ ਸੀਗੇ ਉਹ ਗਲ ਗਏ। ਗੁਣ ਕੀ ਸੀ ਇਹਦੇ ਕੋਲੇ? ਨਿਰਭਉ ਸੀ ਇਹ, ਦੇਵਲੋਕ 'ਚ ਨਿਰਵੈਰ ਸੀ, ਕਾਲ ਤੋਂ ਮੁਕਤ ਸੀ, ਸਰੀਰ ਤੋਂ ਪਰੇ ਸੀਗਾ, ਅਜੂਨੀ ਸਰੀਰ ਤੋਂ ਪਰੇ ਸੀਗਾ। ਇਹ ਚਾਰੇ ਗੁਣਾਂ ਦੀ ਇਹਨੇ ਪ੍ਰਾਪਤੀ ਕਰਨੀ ਆ ਹੁਣ। ਪਰ ਆਪਣੀ ਮਤ ਨਾਲ ਤਾਂ ਹੋਣੀ ਨਹੀਂ, ਗੁਰ ਕੀ ਮਤ ਨਾਲ ਹੋਣੀ ਹੈ। ਗੁਰ ਕੀ ਮਤ ਤੂੰ ਲਿਹੋਏ ਆਣੇ, ਭਗਤੀ ਬਿਨਾ ਬੈ ਡੁੱਬੇ ਸਿਆਣੇ। ਉਹੀ ਤਾਂ ਸਤਿਗੁਰੂ ਸਮਝਾ ਰਹੇ ਨੇ ਸੁਖਮਨੀ ਸਾਹਿਬ 'ਚ, ਵੀ ਜਿਨ੍ਹਾਂ ਨੇ ਗੁਰ ਕੀ ਮਤ ਨਹੀਂ ਲਈ ਉਹ ਡੁੱਬ ਗਏ। ਪਰ ਅਸੀਂ ਡੁੱਬਿਆਂ ਕੰਨੀ ਨੂੰ ਜਾਂਦੇ ਹਾਂ, ਲਾਲਚੀ ਹਾਂ ਅਸੀਂ।
ਉਹ ਸਾਨੂੰ ਲੋਭ ਦਿੰਦੇ ਨੇ। ਬਾਣੀ ਲੋਭ ਨਹੀਂ ਦਿੰਦੀ, ਬਾਣੀ ਸਾਡਾ ਭੈ ਦੂਰ ਕਰਦੀ ਹੈ। ਬਾਣੀ ਕਹਿੰਦੀ ਹੈ, ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਸਮਝਾਉਂਦੀ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ। ਚਿੰਤਾ ਅਸੀਂ ਕਿਉਂ ਕਰਦੇ ਹਾਂ? ਸਾਨੂੰ ਗਿਆਨ ਨਹੀਂ ਹੈਗਾ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ, ਸਾਨੂੰ ਕਿਉਂ ਨਹੀਂ ਪਤਾ? ਸਾਰੀ ਸਿਰਜਣਹਾਰ ਕੀ ਜਾਣੇ ਨਹੀਂ, ਕੋਈ ਸਾਨੂੰ ਗਿਆਨ ਨਹੀਂ ਹੈਗਾ। ਪਰ ਜਦੋਂ ਸਾਨੂੰ ਸੱਚ ਦਾ ਗਿਆਨ ਹੁੰਦਾ ਹੈ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਅਸੀਂ ਚੱਲਦੇ ਹਾਂ, ਫਿਰ ਸਾਨੂੰ ਸਮਝ ਆਉਂਦੀ ਹੈ ਵੀ ਇਹ ਸੰਸਾਰ ਤਾਂ ਸਾਨੂੰ ਛੱਡਣਾ ਹੀ ਪੈਣਾ ਵਾ। ਦੇਖ ਫਰੀਦਾ ਜੋ ਥੀਆ ਸ਼ੱਕਰ ਹੋਈ ਵਿਸ, ਸਾਈਂ ਬਾਜੋਂ ਆਪਣੇ ਵੇਦਨ ਕਹੀਏ ਕਿਸ। ਬਾਬਾ ਫਰੀਦ ਜੀ ਸਮਝਾ ਰਹੇ ਨੇ, ਮਨਾ ਜਿਹੜੇ ਰਿਸ਼ਤੇ ਮਿੱਠੇ ਲੱਗਦੇ ਸੀ, ਫਿਰ ਜ਼ਹਿਰ ਕਿਵੇਂ ਬਣ ਗਏ? ਸੀ ਤਾਂ ਜ਼ਹਿਰ ਹੀ, ਪਰ ਸਾਨੂੰ ਮਿੱਠੇ ਲੱਗ ਗਏ ਸੀ। ਇਹ ਸੱਚ ਦੇ ਗਿਆਨ ਤੋਂ ਫਿਰ ਸਾਨੂੰ ਸਮਝ ਆਉਂਦੀ ਹੈ। ਉਹੀ ਸਤਿਗੁਰੂ ਨੌਵੇਂ ਪਾਤਸ਼ਾਹ ਆਪਾਂ ਨੂੰ ਸਮਝਾ ਰਿਹਾ, ਸੁੱਖ ਮੇ ਬਹੁਤ ਸੰਗੀ ਪਏ, ਦੁੱਖ ਮੇ ਸੰਗ ਨਾ ਕੋਈ। ਉਹ ਫਿਰ ਆਪਾਂ ਕੀ ਕਰਾਂਗੇ? ਫਿਰ ਕਿਹਦੇ ਅੱਗੇ ਵੇਦਨ ਕਰਾਂਗੇ? ਉਹੀ ਬਾਬਾ ਫਰੀਦ ਜੀ ਸਮਝਾ ਰਹੇ। ਆਓ ਪਹਿਲਾਂ ਹੀ ਆਪਾਂ ਤਿਆਰੀ ਕਰੀਏ, ਸਰਜਮ ਲਾਗ ਭਵਜਲ ਤਰਨ ਕੇ, ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਸਾਰਾ ਹੀ ਸਾਡਾ ਜਿਹੜਾ ਜੀਵਨ ਹੈ ਐਵੇਂ ਜਾ ਰਿਹਾ। ਉਹੀ ਸਤਿਗੁਰ ਸਮਝਾ ਰਹੇ ਨੇ, ਕਹੋ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਹੇ ਮਨਾ, ਹਰ ਨਾਲ ਜੁੜੀਏ, ਅੰਤ ਨੂੰ ਉਹੀ ਸਹਾਈ ਹੋਣਾ। ਸਰੀਰ ਛੱਡਣ ਤੋਂ ਬਾਅਦ ਵੀ ਉਹਦੇ ਕੋਲ ਹੀ ਜਾਣਾ। ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਦਿਖਲਾਏਗਾ? ਫਿਰ ਕੀ ਕਰਾਂਗੇ? ਇੱਕ ਹਰ ਕੇ ਨਾਮ ਬਿਨ ਅੱਗੇ ਲਈਏ ਖੋ। ਹਰਨਾਮ ਤੋਂ ਬਿਨਾਂ ਇੱਥੇ ਸਾਰਾ ਕੁਝ ਸੰਸਾਰ ਸਰੀਰ ਕਰਕੇ ਸੰਪਦਾ ਇੱਥੇ ਖੋਲ੍ਹਣੀ, ਅੱਗੇ ਫਿਰ ਕੀ ਹੋਣਾ? ਅੱਗੇ ਫਿਰ ਬੁੱਧੀ ਦੀ ਪ੍ਰੀਖਿਆ ਹੋਊਗੀ, ਜਿਹਨੂੰ ਅਗਨੀ ਪ੍ਰੀਖਿਆ ਕਿਹਾ ਸੀਤਾ ਦੀ। ਚਲੋ ਫਿਰ ਆਪਾਂ ਅੱਗੇ ਵਿਚਾਰ ਕਰਾਂਗੇ। ਜਿਹੜੇ ਇਹ ਪ੍ਰਾਪਤੀ ਕਰਦੇ ਨੇ ਗੁਰਸਿੱਖ, ਉਹ ਕਿਵੇਂ ਕਰਦੇ ਨੇ, ਕਿਵੇਂ ਬੇਨਤੀ ਕਰਨ? ਆਪਾਂ ਸਤਿਗੁਰਾਂ ਦੇ ਵਚਨ ਲਈਏ। ਬਸੰਤ ਮਹੱਲਾ ਪਹਿਲਾ। ਦਰਸ਼ਨ ਕੀ ਪਿਆਸ ਜਿਸ ਨਰ ਹੋਏ, ਇਕਤ ਰਾਚੇ ਪਰ ਹਰ ਦੋਏ। ਜਿਹੜੇ ਨਰ ਗੁਰਸਿੱਖ ਸੰਗਤ ਕੋਈ ਵੀ ਹੋਏ, ਚੌਂ ਵਰਨਾਂ ਕੋ ਉਪਦੇਸ਼ ਸਾਂਝਾ, ਜਿਹਨਾਂ ਦੇ ਅੰਦਰ ਇਹ ਪਿਆਸ ਹੁੰਦੀ ਹੈ। ਪਿਆਸ ਕਿਵੇਂ ਲੱਗਦੀ ਹੈ? ਆਪਾਂ ਰਹਿ ਰਾ ਸਤਿਗੁਰਾਂ ਦੇ ਵਚਨ ਲੈਂਦੇ ਹਾਂ। ਸਾਚੇ ਨਾਮ ਕੀ ਲਾਗੇ ਭੁੱਖ। ਨਾਮ ਦੀ ਭੁੱਖ ਸਾਨੂੰ ਬਾਅਦ 'ਚ ਲੱਗਣੀ ਹੈ, ਪਹਿਲਾਂ ਸਾਨੂੰ ਸੱਚ ਦਾ ਗਿਆਨ ਹੋਣਾ ਹੈ। ਨਾਮ ਦੀ ਭੁੱਖ ਤਾਂ ਐਸੀ ਹੈ, ਸਾਡੇ ਸੰਸਾਰੀ ਦੁੱਖਾਂ ਦਾ ਪਤਾ ਹੀ ਨਹੀਂ ਲੱਗਦਾ। ਸਾਚੇ ਨਾਮ ਕੀ ਲਾਗੇ ਭੁੱਖ, ਉਤ ਭੁੱਖ ਹੈ ਖਾਏ ਚੱਲੀਏ ਦੁੱਖ। ਉਹ ਭੁੱਖ ਦੇ ਵਿੱਚ ਦੁੱਖਾਂ ਦਾ ਸਾਡਾ ਪਤਾ ਹੀ ਨਹੀਂ ਲੱਗਦਾ, ਵਿੱਚ ਹੀ ਖਾ ਜਾਂਦੀ ਹੈ ਭੁੱਖ। ਉਹਦੀ ਭੁੱਖ 'ਚ ਇੰਨੀ ਸ਼ਕਤੀ ਹੈ, ਫਿਰ ਉਹ 'ਚ ਕਿੰਨੀ ਸ਼ਕਤੀ ਹੋਊ? ਉਹੀ ਤਾਂ ਸਾਡੀ ਖੁਆਰੀ ਹੈ, ਹਰ ਬਿਸਰ ਸਦਾ ਖੁਆਰੀ। ਪਰਮੇਸ਼ਰ ਤੋਂ ਭੁੱਲਿਆ ਵਿਆਪਣ ਸਭੇ ਰੋਗ। ਤਈਓ ਸਾਨੂੰ ਰੋਗ ਨੇ, ਤਈਓ ਦੁੱਖ ਨੇ। ਆਓ ਸਾਰੇ ਮਿਲ ਕੇ ਆਪਾਂ ਗੁਰਬਾਣੀ ਨੂੰ ਵਿਚਾਰੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਹਰ ਸਹਾਈ ਹੋਵੇ। ਉਹ ਕਿਹੜੇ ਗੁਰਸਿੱਖ ਹੁੰਦੇ ਨੇ? ਉਹੀ ਸਤਿਗੁਰ ਸਮਝਾ ਰਹੇ ਨੇ, ਦਰਸ਼ਨ ਕੀ ਪਿਆਸ ਜਿਸ ਨਰ ਹੋਏ, ਇਕਤ ਰਾਚੇ ਪਰ ਹਰ ਦੋਏ। ਸੰਸਾਰ ਦਾ ਤਿਆਗ ਕਰ ਦਿੰਦੇ ਨੇ, ਮਾਇਆ ਦਾ, ਸੱਚ ਦਾ ਗਿਆਨ ਲੈ ਕੇ। ਉਹੀ ਤਾਂ ਮਰਨਾ ਹੈ। ਸ਼ਬਦ ਮਰੈ ਫਿਰ ਜੀਵੇ ਫੁਨ ਹੀ, ਸ਼ਬਦ ਮਰੇ ਤੋਂ ਭਾਵ ਹੈ ਗੁਰ ਸ਼ਬਦ ਦੇ ਗਿਆਨ ਤੋਂ ਸਾਡੀ ਇੱਛਾ ਮਰ ਜਾਂਦੀਆਂ ਨੇ। ਸਾਡੀ ਇੱਛਾ ਨਾਲ ਥੋੜ੍ਹੀ ਸੰਸਾਰ ਚੱਲਦਾ ਹੈ। ਜੇ ਇੱਛਾ ਨਾਲ ਸੰਸਾਰ ਚੱਲਦਾ ਹੋਵੇ ਤਾਂ ਫਿਰ ਕੁਦਰਤ ਦੀ ਕੀ ਲੋੜ ਹੈ? ਉਹੀ ਮਰਨਾ ਹੈ, ਕੋਈ ਹੋਰ ਮਰਨਾ ਨਹੀਂ ਹੈਗਾ। ਸਰੀਰ ਕਰਕੇ ਤਾਂ ਸਾਰਿਆਂ ਨੇ ਛੱਡਣਾ। ਬਹੁਤ ਝੂਠ ਬੋਲਿਆ ਜਾਂਦਾ, ਚੋਲਾ ਛੱਡਤਾ ਜੀ, ਸਾਰੇ ਹੀ ਛੱਡਦੇ ਨੇ। ਛੱਡਣਾ ਹੀ ਪੈਣਾ ਹੈ ਤਾਂ। ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਬਡਾਨੀ, ਛੱਡਣਾ ਹੀ ਨਹੀਂ ਉਹਨੇ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ, ਨਾ ਇੱਕ ਨਹੀਂ ਚੱਲਦੀ ਸਾਡੀ ਸਿਆਣਪ। ਦੇਖ ਹੀ ਰਹੇ ਹਾਂ, ਇੰਨਾ ਗਿਆਨ ਤਾਂ ਆਪਾਂ ਨੂੰ ਹੁੰਦਾ ਹੀ ਹੈ। ਇਹ ਭੁੱਖ ਪੈਦਾ ਕਰਨੀ ਆ ਆਪਾਂ। ਉਹੀ ਸਮਝਾ ਰਿਹਾ ਸਤਿਗੁਰ, ਦੂਰ ਦਰਦ ਮਥ ਅੰਮ੍ਰਿਤ ਖਾਏ, ਗੁਰਮੁਖ ਬੂਝੇ ਏਕ ਸਮਾਏ। ਸਤਿਗੁਰ ਸਮਝਾਉਂਦੇ ਨੇ, ਮਥਣਾ ਹਰ ਕਾ ਬਲੋਬ ਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤਤ ਨਾ ਜਾਈ। ਭਗਤ ਕਬੀਰ ਜੀ ਸਮਝਾਉਂਦੇ ਸੀ, ਸਤਿਗੁਰ ਸਮਝਾਉਂਦੇ ਨੇ। ਇਹਨੂੰ ਵਿਚਾਰਨਾ, ਮਥਣਾ ਹੁੰਦਾ ਵਿਚਾਰਨਾ। ਫਿਰ ਇਹ 'ਚੋਂ ਗਿਆਨ ਅੰਮ੍ਰਿਤ ਪੈਦਾ ਹੁੰਦਾ, ਜਿਹਦੇ ਨਾਲ ਸਾਡੀਆਂ ਇੱਛਾ ਮਰ ਜਾਂਦੀਆਂ ਨੇ। ਮਰ ਕੇ ਮਨ ਨੇ ਫਿਰ ਜਿਉਂਦਾ ਹੋਣਾ। ਸ਼ਬਦ ਮਰੈ ਫਿਰ ਜੀਵੇ ਫੁਨ ਹੀ, ਬਹੁਰ ਨਾ ਮਰਨਾ ਹੋਈ। ਫਿਰ ਇਹਦਾ ਸੰਸਾਰ ਤੋਂ ਛੁਟਕਾਰਾ ਹੋ ਜਾਂਦਾ ਹੈ। ਇਹ ਫਿਰ ਦੇਵਲੋਕ ਚਲਿਆ ਜਾਂਦਾ। ਉਹ ਇਹਨੂੰ ਬਾਣੀ ਵਿੱਚ 10ਵਾਂ ਦੁਆਰ ਕਿਹਾ ਵਾ, ਹਰ ਮੰਦਰ ਕਿਹਾ, ਗੁਰਦੁਆਰ ਕਿਹਾ। ਉੱਥੇ ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ ਨਾਮ ਦੀ। ਨਾਮ ਦਾ ਦਰਸ਼ਨ ਤਾਂ ਬੁੱਧੀ ਨੂੰ ਹੋਣਾ ਹੈ, ਅੱਖਾਂ ਕੰਨਾਂ ਦਾ ਤਾਂ ਵਿਸ਼ਾ ਹੀ ਨਹੀਂ ਹੈਗਾ। ਉਹੀ ਤਾਂ ਆਪਾਂ ਨੂੰ ਗੁਰਬਾਣੀ ਗਿਆਨ ਕਰਾ ਰਹੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਤੇਰੇ ਦਰਸ਼ਨ ਕੋ ਖੇਤੀ ਬਿਲ ਲਾਏ, ਬਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ। ਆ ਦੇਖੋ ਫਿਰ ਸਤਿਗੁਰ ਸਮਝਾਉਂਦੇ ਨੇ, ਦਰਸ਼ਨ ਸਾਰੇ ਹੀ ਚਾਹੁੰਦੇ ਨੇ, ਪਰ ਗੁਰੂ ਦੇ ਭਾਣੇ 'ਤੇ ਕੋਈ ਚੱਲਣਾ ਨਹੀਂ ਚਾਹੁੰਦਾ। ਕੋਈ ਬਿਰਲਾ ਸਿੱਖ ਗੁਰ ਸ਼ਬਦ ਨੂੰ ਵਿਚਾਰਦਾ ਹੈ। ਆਤਮਾ ਪ੍ਰਾਤਮਾ ਇੱਕੋ ਕਰਿਓ, ਗੁਰ ਸ਼ਬਦ ਨਾਲ ਪ੍ਰਾਤਮਾ ਦਾ ਦਰਸ਼ਨ ਕਰ ਲੈਂਦਾ, ਇੱਕ ਹੋ ਜਾਂਦੇ ਨੇ।
ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਇੱਕ ਹੋਏ ਤਾਂ ਉਗਵੇ, ਰੁੱਤੀ ਹੋ ਰੁੱਤ ਹੋਏ। ਉਹੀ ਰੁੱਤ ਹੁੰਦੀ ਹੈ ਜਦੋਂ ਮਨ ਬੁੱਧੀ ਤਿਆਰ ਹੁੰਦੇ ਆ, ਇੱਕ ਹੋ ਜਾਂਦੇ ਨੇ। ਉਸ ਅਵਸਥਾ ਨੂੰ ਸਾਧ ਸੰਗਤ ਕਿਹਾ ਬਾਣੀ ਵਿੱਚ। ਉਹੀ ਗੁਰਸਿੱਖ ਨੇ, ਉਹੀ ਸੰਤ ਜਨ ਨੇ, ਉਹੀ ਭਗਤ ਜਨ ਨੇ ਜਿਹੜੀ ਇਹ ਕਮਾਈ ਕਰਦੇ ਨੇ। ਉਹਦੀ ਅਵਸਥਾ ਬਾਰੇ ਸਤਿਗੁਰ ਸਮਝਾ ਰਹੇ ਨੇ। ਰਹਾਓ ਵੇਦ ਵਖਾਣੇ ਕਹੇ ਇੱਕ ਕਹੀਏ, ਉਹ ਬੇਅੰਤ ਅੰਤ ਕਿਨ ਲਹੀਏ। ਅੱਜ ਤੱਕ ਤਾਂ ਕਿਸੇ ਨੇ ਅੰਤ ਪਾਇਆ ਨਹੀਂ। ਜਿੰਨੇ ਵੀ ਗਿਆਨਵਾਨ ਹੋਏ ਵੱਡੇ ਰੋਂਦੇ ਚਲੇ ਗਏ। ਅੰਤ ਕਾਰਨ ਕੇਤੇ ਬਿਲ ਲਾਏ। ਉਹਦਾ ਅੰਤ ਪਾਉਂਦੇ ਜੋ ਬਿਲ ਲਾਏ, ਰੋਂਦੇ ਚਲੇ ਗਏ। ਅੰਤ ਉਹਦਾ ਨਹੀਂ ਪਾਉਣਾ ਸੀ, ਆਪਦਾ ਅੰਤ ਪਾਉਣਾ ਹੈ। ਆਪਾ ਖੋਜ ਹੈ ਬਾਣੀ। ਇਹ ਮਨ ਕੋ ਖੋਜੋ ਕੋਈ ਭਾਈ। ਇਹ ਮਨ ਨੂੰ ਖੋਜਣਾ ਵਾ। ਤਨ ਛੁੱਟੇ ਮਨ ਕਹਾਂ ਸਮਾਏ। ਵੇਦ ਵਖਾਣ ਕਹੇ ਕ ਕਹੀਏ, ਉਹ ਬੇਅੰਤ ਅੰਤ ਕਿੰਨ ਲਈਏ। ਜਿਹੜੇ ਗੁਰਸਿੱਖ ਗੁਰਸ਼ਬਦ ਦੀ ਕਮਾਈ ਕਰਦੇ ਨੇ ਉਹ ਬੇਅੰਤ ਕਹਿੰਦੇ ਨੇ। ਕਿਉਂ ਕਹਿੰਦੇ ਨੇ? ਉਹਨਾਂ ਨੂੰ ਪ੍ਰਗਾਸ਼ ਹੋ ਜਾਂਦਾ। ਅੰਤਰ ਹੋਏ ਗਿਆਨ ਪ੍ਰਗਾਸ਼, ਉਸ ਸਥਾਨ ਕਾ ਨਹੀਂ ਵਿਨਾਸ਼। ਉਹ ਆਤਮਾ ਵਿਨਾਸ਼ ਰਹਿਤ ਹੋ ਜਾਂਦੀ ਹੈ। ਜੰਮਣ ਮਰਨ ਉਹਦਾ ਕੱਟਿਆ ਜਾਂਦਾ, ਉਹਦੇ ਅੰਦਰ ਚਾਨਣ ਪੈਦਾ ਹੋ ਜਾਂਦਾ। ਗੁਰਬਾਣੀ ਜਗ ਮੇ ਚਾਨਣ ਕਰਮ ਬਸੇ ਮਨ ਆਏ। ਆਪਾਂ ਭਗਤ ਰਵਿਦਾਸ ਜੀ ਦਾ ਸ਼ਬਦ ਲੈ ਲੈਂਦੇ ਹਾਂ, ਨਾਮ ਤੇਰੇ ਕੀ ਜੋਤ ਲਗਾਈ, ਪਇਓ ਯਾਰੋ ਸਗਲ ਭਵਨਾਰੇ। ਇਹ ਐਸਾ ਗਿਆਨ ਪ੍ਰਗਾਸ਼ ਚਾਨਣ ਹੈ, 3 ਲੋਕਾਂ ਦਾ ਗਿਆਨ ਹੋ ਜਾਂਦਾ ਹੈ। ਬੁੱਧੀ ਕਰਕੇ ਅਸੀਂ ਆਤਮਾ ਕਰਕੇ ਪੂਰਨ ਹੋਣਾ। ਸਰੀਰ ਕਰਕੇ ਤਾਂ ਸਾਰੇ ਪੂਰਨ ਮੰਨਦੇ ਨੇ, ਸਾਰੇ ਧਰਮ ਪੂਰਨ ਮੰਨਦੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਏਕੋ ਕਰਤਾ ਜਿਨ ਜਗ ਕੀਆ, ਵਾਜ ਕਲਾ ਧਰ ਗਗਨ ਧਰੀਆ। ਦੇਖੋ ਉਹਦੀ ਸ਼ਕਤੀ ਕੁਦਰਤ ਦੀ। ਇੱਕ ਜਿਹਨੇ ਸੰਸਾਰ ਪੈਦਾ ਕੀਤਾ, ਉਹਦੀ ਕਲਾ ਨਾਲ ਕਿਵੇਂ ਧਰਤੀ ਘੁੰਮ ਰਹੀ ਹੈ, ਆਕਾਸ਼ ਖੜਾ ਹੈ, ਸਾਰੇ ਜੀਵ ਕਿਵੇਂ ਭੱਜੇ ਫਿਰਦੇ ਨੇ। ਮਾਟੀ ਕਾ ਪੁੱਤਰਾ ਕੈਸੇ ਨਚਤ ਹੈ। ਕਿਵੇਂ ਸਰੀਰ 'ਚ ਆਤਮਾ ਪਾ ਕੇ ਮਿੱਟੀ ਸਰੀਰ ਨੱਚਣ ਲੱਗ ਜਾਂਦਾ ਹੈ। ਉਹ ਰਵਿਦਾਸ ਜੀ ਸਮਝਾਉਂਦੇ ਨੇ, ਜਬ ਕਿਛ ਪਾਵੇ ਤੋਂ ਗਰਭ ਕਰਤਾ ਹੈ। ਫਿਰ ਇਹ ਜੀਵ ਹੰਕਾਰ ਕਰ ਲੈਂਦਾ। ਜਦੋਂ ਮਾਇਆ ਜਾਂਦੀ ਹੈ ਫਿਰ ਰੋਣ ਲੱਗ ਜਾਂਦਾ। ਸੰਸਾਰ ਛੱਡਣ ਵੇਲੇ ਵੀ ਰੋਣ ਲੱਗ ਜਾਂਦਾ। ਆਪਾਂ ਇਹ ਪਹਿਲਾਂ ਤਿਆਰੀ ਕਰਨੀ ਹੈ। ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ ਪਹਿਲਾਂ ਆਪਾਂ ਦੇ ਘਰ ਪਹੁੰਚਣਾ, ਸਰੀਰ 'ਚ ਰਹਿੰਦਿਆਂ ਹੋਇਆਂ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਏਕੋ ਗਿਆਨ ਧਿਆਨ ਤੁਨ ਵਾਣੀ, ਏਕੋ ਨਿਰਾਲਮ ਅਕਥ ਕਹਾਣੀ। ਇਹ ਕਥ ਕਹਾਣੀ ਹੈ ਭਾਈ। ਆਪਾਂ ਨੂੰ ਕਥਨ ਕਰਕੇ ਸਤਿਗੁਰੂ ਸਾਹਿਬਾਨਾਂ ਨੇ ਉਪਕਾਰ ਕੀਤਾ ਸੰਸਾਰ ਦੇ ਵਿੱਚ, ਸਾਨੂੰ ਗਿਆਨ ਦਾ ਸਮੁੰਦਰ ਦਿੱਤਾ ਵਾ। ਇੱਕ ਹੀ ਗਿਆਨ ਹੈ ਇਹ, ਇਹੀ ਪਾਰ ਲੰਘਾਉਂਦਾ ਹੈ। ਏਕੋ ਸ਼ਬਦ ਸੱਚਾ ਨਿਸ਼ਾਨ, ਪੂਰੇ ਗੁਰ ਤੇ ਜਾਣੇ ਜਾਣ। ਪੂਰਾ ਪ੍ਰਭ ਰਾਧਿਆ, ਪੂਰਾ ਜਾ ਕੋ ਨਾਉ। ਪੂਰਨ ਗਿਆਨ ਹੈ ਬਾਣੀ ਵਿੱਚ, ਆਤਮਾ ਤੇ ਪ੍ਰਾਤਮਾ ਇੱਕ ਹੋਣ ਦਾ। ਇਹ ਐਸਾ ਗਿਆਨ ਹੈ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਗੀਏ, ਕਰਤ ਨ ਲਾਗੀ ਵਾਰ। ਇਹ ਮਨੁੱਖ ਦੇਵਤਾ ਬਣ ਜਾਂਦਾ ਹੈ ਇਹ ਗੁਰਸ਼ਬਦ ਦੇ ਗਿਆਨ ਨਾਲ। ਇਹ ਐਸਾ ਗਿਆਨ ਹੈ, ਇਹ ਐਸੀ ਕਲਾ, ਪਤਾ ਹੀ ਨਹੀਂ ਲੱਗਦਾ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਤਿਗੁਰੂ ਸਮਝਾਉਂਦੇ ਚੌਥੇ ਪਾਤਸ਼ਾਹ। ਇਹ ਐਸਾ ਗਿਆਨ ਹੈ, ਆਤਮਾ ਪ੍ਰਾਤਮਾ ਇੱਕ ਹੋ ਜਾਂਦੀ, ਸਾਨੂੰ ਪਤਾ ਹੀ ਨਹੀਂ ਲੱਗਦਾ। ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਉਹ ਜਿਹੜੀਆਂ ਆਤਮਾ ਜਾਗ ਜਾਂਦੀਆਂ ਨੇ, ਉਹਨਾਂ ਦੀ ਭਗਤੀ ਸ਼ੁਰੂ ਹੁੰਦੀ ਹੈ। ਅਸੀਂ ਸੁੱਤੇ ਪਏ ਹਾਂ, ਸੁੱਤੇ ਪਏ ਬਾਣੀ ਪੜ੍ਹਦੇ ਹਾਂ, ਤਾਂ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਦਾ। ਸੁੱਤਿਆਂ ਰਹਿਣ ਬਿਆਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਉਹੀ ਅੰਮ੍ਰਿਤ ਬਾਣੀ ਬੋਲਦੇ ਨੇ ਭਾਈ। ਉਹੀ ਸੰਸਾਰ ਨੂੰ ਸਮਝਾਉਂਦੇ ਨੇ। ਪਹਿਲਾਂ ਆਪ ਪ੍ਰਾਪਤੀ ਕਰਦੇ ਨੇ, ਆਪ ਜਪੇ ਅਵਰੇ ਨਾਮ ਜਪਾਵੇ। ਨਾਮ ਬਾਰੇ ਸਮਝਾਉਂਦੇ ਨੇ। ਨਾਮ ਦਾ ਸਾਰਾ ਰੌਲਾ ਪਾਈ ਜਾਂਦੇ। ਨਾਮ ਤਾਂ ਬਹੁਤ ਵੱਡੀ ਸ਼ਕਤੀ ਹੈ। ਨਾਮੇ ਹੀ ਉਤਪਤ, ਨਾਮੇ ਹੀ ਪਰ ਲੋ। ਨਾਮ ਨਾਲ ਤਾਂ ਸ੍ਰਿਸ਼ਟੀ ਸਾਜੀ ਜਾਂਦੀ ਹੈ, ਨਾਮ ਨਾਲ ਸਮਾਪਤ ਹੁੰਦੀ ਹੈ। ਇੱਕੋ ਨਾਮ ਹੁਕਮ ਹੈ। ਬੁੱਧੀ ਨੇ ਹੁਕਮ ਦਾ ਦਰਸ਼ਨ ਕਰਨਾ ਹੈ। ਉਹ ਤੀਆ ਪਦਾਰਥ ਹੈ ਸਾਡਾ। ਪਹਿਲਾ ਗਿਆਨ ਪਦਾਰਥ ਹੈ, ਦੂਜਾ ਮੁਕਤ ਪਦਾਰਥ ਹੈ। ਪਰ ਸਾਨੂੰ ਤਾਂ ਕੋਈ ਪਤਾ ਹੀ ਨਹੀਂ ਪਦਾਰਥਾਂ ਦਾ। 4 ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੇ। ਇਹ ਸਾਧ ਜਨਾਂ ਦੀ ਬਾਣੀ ਆ, ਆਪਾਂ ਇਹ 'ਤੇ ਚੱਲਣਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਏਕੋ ਧਰਮ ਦ੍ਰਿੜੇ ਸੱਚ ਕੋਈ, ਗੁਰਮਤਿ ਪੂਰਾ ਜੁਗ ਜੁਗ ਸੋਈ। ਇਹੀ ਧਰਮ ਹੈ ਭਾਈ ਗਿਆਨ। ਇਹਨੂੰ ਕੋਈ ਦ੍ਰਿੜ ਕਰਦਾ ਵਾ। ਇਹ ਗੁਰਮਤਿ ਦਾ ਗਿਆਨ ਲੈਂਦਾ ਹੈ ਗੁਰਸਿੱਖ। ਯੁੱਗ ਹੁੰਦਾ ਸਮਾਂ, ਉਹ ਫਿਰ ਇੱਕ ਹੀ ਹੋ ਜਾਂਦੀ ਹੈ ਆਤਮਾ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਆਤਮਾ ਪ੍ਰਾਤਮਾ ਦਾ ਦਰਸ਼ਨ ਕਰ ਲੈਂਦੀ ਹੈ, ਹਰ ਨਾਲ ਜੁੜ ਜਾਂਦੀ ਹੈ। ਜਿਹੜੀ ਦੁਵਿਧਾ ਹੈ ਸੰਸਾਰ, ਉਹਦਾ ਛੁਟਕਾਰਾ ਹੋ ਜਾਂਦਾ ਸੰਸਾਰ 'ਚੋਂ। ਦੁੱਖ ਪਰ ਸੁੱਖ ਕਰ ਲੈ ਜਾਏ। ਸੁੱਖ ਆਪਣੇ ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਨੇ।
ਦੁੱਖ ਸਾਗਰ 'ਚੋਂ ਕੱਢ ਕੇ ਸਾਨੂੰ ਗੁਰ ਸ਼ਬਦ ਦਾ ਗਿਆਨ ਸੁੱਖ ਸਾਗਰ 'ਚ ਲੈ ਜਾਂਦਾ। ਫਿਰ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਉਹੀ ਤਾਂ ਸਹਿਜ ਦੁਨੀਆ ਵਾ। ਏਕੋ ਤਖਤ ਏਕੋ ਪਾਤਸ਼ਾਹ, ਸਰਬ ਥਾਈ ਬੇਪਰਵਾਹ। ਇੱਕ ਹੀ ਤਖਤ ਹੈ ਭਾਈ, ਉਹ ਤਖਤ ਕਦੇ ਢਹਿੰਦਾ ਨਹੀਂ ਹੈਗਾ। ਬੇਗਮਪੁਰਾ ਸ਼ਹਿਰ ਕਾ ਨਾ, ਉਹੀ ਤਾਂ ਸੱਚਖੰਡ ਹੈ। ਨਾਨਕ ਬੱਧਾ ਘਰ ਤਹਾਂ ਮਿਰਤ ਨਾ ਜਨਮ ਜਰਾ। ਉੱਥੇ ਜੰਮਣ ਮਰਨੀ ਸਰੀਰ ਨਹੀਂ ਹੈਗੇ, ਜੋਤ ਹੈ ਉੱਥੇ। ਉੱਥੇ ਸ਼ਕਤੀ ਹੈ, ਉੱਥੇ ਤਾਂ ਪਹੁੰਚਣਾ ਆਪਾਂ। ਸਰਬ ਥਾਈ ਬੇਪਰਵਾਹ, ਉਹ ਬੇਪਰਵਾਹ ਸ਼ਕਤੀ ਹੈ, ਸਾਰਿਆਂ ਦੀ ਪਾਲਣਾ ਕਰਦਾ ਵਾ। ਕੁਛ ਵੀ ਨੁਕਸਾਨ ਸੰਸਾਰ ਜੋ ਵੀ ਕਰਦਾ ਹੈ ਉਹਦੇ ਖਿਲਾਫ ਵੀ ਬੋਲਦਾ ਤਾਂ ਵੀ ਦੇ ਰਿਹਾ। ਉਹ ਜਾਨ ਕੋ ਦੇ ਅਜਾਨ ਕੋ ਦੇ ਹੈ। ਜਿਹੜੇ ਜਾਣਦੇ ਉਹਦੀ ਭਗਤੀ ਕਰਦੇ ਉਹਨੂੰ ਤਾਂ ਦਿੰਦਾ ਹੀ ਹੈ। ਜਿਹੜੇ ਅਜਾਨ ਨੇ ਜਾਂ ਉਹਦੇ ਗੁਣ ਨਹੀਂ ਗਾਉਂਦੇ, ਵਿਰੋਧ ਕਰਦੇ, ਉਹਨਾਂ ਨੂੰ ਵੀ ਦਿੰਦਾ। ਉਹਦਾ ਸੁਭਾਅ ਆ। ਤਿਸਕਾ ਕੀਆ ਤ੍ਰੈ ਭਵਨ ਸਾਰ, ਉਹ ਅਗੰਮ ਅਗੋਚਰ ਇਕ ਓਂਕਾਰ। ਉਹ ਸਰੀਰ ਤੋਂ ਪਰੇ ਆ ਭਾਈ। ਇਹ ਤ੍ਰੈ ਭਵਨ, 3 ਲੋਕ ਜਿੱਥੇ ਆਤਮਾ ਰਹਿੰਦੀ ਹੈ, ਇਹ ਸਾਰਾ ਉਹਨੇ ਹੀ ਬਣਾਇਆ। ਪਰ ਉਹ ਅਗੰਮ ਅਗੋਚਰ ਹੈ। ਅਗੰਮ ਹੁੰਦਾ ਜਿਹੜਾ ਸਾਡੀ ਮਨ ਬੁੱਧੀ ਦੀ ਪਕੜ ਤੋਂ ਪਰੇ, ਅੱਖਾਂ ਨਾਲ ਦਰਸ਼ਨ ਨਾ ਹੋਵੇ। ਏਕਾਂ ਮੂਰਤ ਸਾਚਾ ਨਾਉ, ਤਿੱਥੇ ਨਿਬੜੇ ਸਾਚ ਨਿਆਓ। ਸਤਿਗੁਰ ਸਮਝਾਉਂਦੇ ਨੇ, ਏਕਾਂ ਮੂਰਤ ਸਾਚਾ ਨਾਉ। ਸੱਚ ਦੇ ਗਿਆਨ ਨਾਲ ਸਾਡਾ ਝੂਠ ਸਮਾਪਤ ਹੋ ਜਾਂਦਾ ਹੈ। ਗਿਆਨ ਨਹੀਂ, ਉਹਦਾ ਦਰਸ਼ਨ ਹੁੰਦਾ ਵਾ। ਉੱਥੇ ਕੀ ਹੈ? ਤਿੱਥੇ ਨਿਬੜੇ ਸੱਚ ਨਿਆਓ। ਜਿਹੜੇ ਸੱਚ ਦੀ ਕਮਾਈ ਕਰਦੇ ਨੇ, ਗੁਰ ਸ਼ਬਦ ਦੀ ਭਾਣੇ 'ਚ ਰਹਿੰਦੇ ਨੇ, ਗੁਰੂ ਭਗਤਾਂ ਦਾ ਸਾਰੇ ਰਾਹ 'ਤੇ ਚੱਲਦੇ ਨੇ, ਉਹਨਾਂ ਦਾ ਨਵੇੜਾ ਹੋ ਜਾਂਦਾ। ਇਹ ਜਗ ਸੱਚੇ ਕੀ ਹੈ ਕੋਟੜੀ, ਸੱਚੇ ਕਾ ਵਿਸ਼ਵਾਸ। ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਜਿਹੜੇ ਮਾਇਆ ਦੀ ਭੁੱਖ, ਸੰਸਾਰ ਦੇ ਰੁਤਬੇ, ਵੱਡੇ ਵੱਡੇ ਰਾਜ ਪਾਟ ਦੀ ਇੱਛਾ ਰੱਖਦੇ ਨੇ, ਉਹ ਸੰਸਾਰ 'ਚ ਰਹਿ ਜਾਂਦੇ ਨੇ। ਜਿਹੜੇ ਸੱਚ ਦੀ ਕਮਾਈ ਕਰਦੇ ਉਹਦੇ ਚਰਨਾਂ 'ਚ ਪਹੁੰਚ ਜਾਂਦੇ ਨੇ। ਸਾਚੀ ਕਰਨੀ ਪਤ ਪ੍ਰਵਾਨ, ਸਾਚੀ ਦਰਗੇ ਪਾਵੇ ਮਾਣ। ਇਹ ਸੱਚੀ ਕਰਨੀ ਹੈ ਭਾਈ। ਗੁਰੂ ਭਗਤ ਸਾਹਿਬਾਨਾਂ ਨੇ ਆਪਾਂ ਨੂੰ ਗਿਆਨ ਦਾ ਸਮੁੰਦਰ ਦਿੱਤਾ ਹੈ। ਆਪਾਂ ਸ਼ਬਦ ਦੀ ਕਮਾਈ ਕਰਨੀ ਹੈ। ਜੈਸੇ ਮੈਂ ਆਵੀ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬੇ ਲਾ ਲਓ। ਜਿਵੇਂ ਸਤਿਗੁਰਾਂ ਨੇ ਸਮਝਾਇਆ ਉਵੇਂ ਆਪਾਂ ਸੱਚ ਦੇ ਰਾਹ 'ਤੇ ਚੱਲਣਾ, ਮਾਇਆ ਤੋਂ ਉੱਪਰ ਉੱਠਣਾ। ਸੱਚ ਦੇ ਗਿਆਨ ਤੋਂ ਬਿਨਾਂ ਤਾਂ ਆਪਣਾ ਖਹਿੜਾ ਛੁੱਟ ਨਹੀਂ ਸਕਦਾ ਇੱਥੋਂ। ਮਨ ਰੇ ਹਉਮੈ ਮੋਹ ਦੁਖ ਭਾਰੀ, ਇਹ ਭਉ ਜਲ ਜਗਤ ਨ ਜਾਈ ਤਰਣਾ, ਗੁਰਮੁਖ ਤਰ ਹਰ ਤਾਰੀ। ਇਹ ਗੁਰੂ ਭਗਤ ਸਾਹਿਬਾਨਾਂ ਦੀ ਮੱਤ ਲੈਣੀ ਹੈ। ਗਿਆਨੀਆਂ ਦੀ ਮੱਤ ਹੈ, ਗਿਆਨੀਆਂ ਦਾ ਮਾਰਗ ਹੈ। ਫਿਰ ਜਿਹੜੀ ਇਹ ਸੱਚੀ ਕਰਨੀ ਪਤ ਪ੍ਰਵਾਨ, ਇਹੀ ਪ੍ਰਵਾਨ ਹੈ ਦਰਗਾਹ ਦੇ ਵਿੱਚ। ਸਾਚੀ ਦਰਗੇ ਪਾਵੇ ਮਾਣ। ਉਹ ਗੁਰਸਿੱਖ ਸੰਗਤ ਉਹ ਹਰ ਦੇ ਚਰਨਾਂ 'ਚ ਪਹੁੰਚ ਜਾਂਦੇ ਆ। ਉਹਨਾਂ ਦੀ ਭਗਤੀ ਨਾਮ ਦੀ ਸ਼ੁਰੂ ਹੋ ਜਾਂਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਏਕਾਂ ਭਗਤ ਏਕੋ ਹੈ ਭਾਉ, ਬਿਨ ਭੈ ਭਗਤੀ ਆਵੋ ਜਾਓ। ਸਾਨੂੰ ਤਾਂ ਹਲੇ ਭੈ ਹੀ ਨਹੀਂ ਪੈਦਾ ਹੋਇਆ, ਸਾਨੂੰ ਤਾਂ ਗਿਆਨ ਹੀ ਨਹੀਂ ਹੋਇਆ, ਭਗਤ ਅਸੀਂ ਫਿਰ ਬਣੀ ਬੈਠੇ ਹਾਂ। ਬਿਨ ਗੁਣ ਕੀਤੇ ਭਗਤ ਨਾ ਹੋਏ। ਸਤਿਗੁਰ ਸਮਝਾਉਂਦੇ ਨੇ, ਗੁਣ ਕੋਈ ਨਹੀਂ, ਭਗਤ ਫਿਰ ਵੀ ਹੈ। ਏਕਾਂ ਭਗਤ ਏਕੋ ਹੈ ਭਾ, ਇੱਕ ਹੀ ਭਗਤੀ ਹੈ ਭਾਈ। ਭਗਤਾਂ ਤੈਂ ਸੰਸਾਰੀਆਂ ਜੋੜ ਕਦੇ ਨਾ ਆਈਆਂ। ਸੰਸਾਰ ਭਗਤ ਮਾਰਗ ਹਮੇਸ਼ਾ ਹੀ ਵੱਖਰੇ ਰਹਿਣਗੇ। ਜਿਹੜੇ ਭਗਤ ਮਾਰਗ 'ਤੇ ਚੱਲਣਗੇ ਉਹ ਆਪਦੇ ਘਰ ਪਹੁੰਚ ਜਾਣਗੇ। ਭੈ ਬਿਨ ਭਗਤ ਨਾ ਹੋਵੀ, ਨਾ ਸੁਖ ਬਸੇ ਮਨ ਆਏ, ਨਾਨਕ ਨਾਮ ਵੀ ਹੋਣੀ ਜਾਸੀ ਜਨਮ ਗਵਾਏ। ਭੈ ਗਿਆਨ ਤੋਂ ਬਿਨਾਂ ਭੈ ਨਹੀਂ ਪੈਦਾ ਹੁੰਦਾ, ਭੈ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਮਨ ਬੁਰਾਈਆਂ ਛੱਡਦਾ ਨਹੀਂ ਹੈਗਾ। ਬਿਨ ਭੈ ਭਗਤੀ ਆਵੋ ਜਾਵੋ। ਜਦ ਤੱਕ ਭੈ ਨਹੀਂ ਪੈਦਾ ਹੁੰਦਾ, ਸਾਡੇ ਕੁਦਰਤ ਦਾ ਡਰ ਨਹੀਂ ਪੈਦਾ ਹੁੰਦਾ, ਫਿਰ ਸਾਡਾ ਜੰਮਣ ਮਰਨਾ ਐਵੇਂ ਬਣਿਆ ਰਹਿੰਦਾ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਗੁਰ ਤੇ ਸਮਝ ਰਹੇ ਮਹਿਮਾਨ, ਹਰ ਰਸ ਰਾਤਾ ਜਨ ਪ੍ਰਵਾਨ। ਇਹ ਗੁਰੂ ਸ਼ਬਦ ਦਾ ਗਿਆਨ ਲੈ ਕੇ, ਸੱਚ ਦਾ ਗਿਆਨ ਲੈ ਕੇ, ਸ਼ਬਦ ਦੀ ਕਮਾਈ ਕਰਕੇ ਸੰਸਾਰ 'ਚ ਆਪਦੇ ਆਪ ਨੂੰ ਇੱਕ ਮਹਿਮਾਨ ਪ੍ਰਾਹੁਣਾ ਸਮਝਣਾ ਵਾ, ਉਹੀ ਪ੍ਰਵਾਨ ਹੋਊਗਾ ਦਰਗਾਹ 'ਚ। ਆਪਾਂ ਆਸਾ ਦੀ ਸਤਿਗੁਰਾਂ ਦੇ ਵਚਨ ਲਈਏ, ਜਿਸ ਨਾ ਹੀ ਸੋਚੋ ਨ ਕੱਢੀਏ। ਜਿਹੜੇ ਮਾਇਆ ਦਾ ਤਿਆਗ ਕਰਕੇ ਭਗਤੀ ਕਰ ਲੈਂਦੇ ਨੇ ਉਹਨਾਂ ਨੂੰ ਕੱਢਿਆ ਜਾਂਦਾ ਵਾ। ਜਿਹੜੇ ਮਾਇਆ ਦਾ ਮੋਹ ਤਿਆਗ ਨਹੀਂ ਕਰ ਸਕਦੇ, ਮਾਇਆ ਵਿੱਚ ਫਸੇ ਰਹਿ ਜਾਂਦੇ, ਉਹਨਾਂ ਨੂੰ ਜੰਮਣ ਮਰਨ ਨੂੰ ਫਿਰ ਜਾਣਾ ਪੈਂਦਾ। ਉਹਨਾਂ ਨੂੰ 84 ਲੱਖ ਜੂਨੀ ਦੀ ਫਿਰ ਸਜ਼ਾ ਮਿਲਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਇਤ ਉਤ ਦੇਖੋ ਸਹਿਜੇ ਰਾਵੋ, ਤੁਝ ਬਿਨ ਠਾਕਰ ਕਿਸੇ ਨਾ ਪਾਵੋ। ਸਤਿਗੁਰ ਸਮਝਾਉਂਦੇ ਨੇ, ਲੋਕ ਤੇ ਪਰਲੋਕ ਦਾ ਉਹੀ ਮਾਲਕ ਹੈ। ਆਪਾਂ ਭਗਤ ਕਬੀਰ ਦਾ ਸਲੋਕ ਲੈ ਰਹੇ ਨੇ, ਥੋੜ੍ਹਾ ਸਿਖਾਲਾ ਹੋ ਜਾਊ ਆਪਾਂ ਨੂੰ। ਕਹੋ ਕਬੀਰ ਭਜ ਸਾਰੰਗ ਪਾਣੀ, ਔਰ ਵਾਰ ਪਾਰ ਇੱਕੋ ਦਾਨੀ। ਇੱਕੋ ਹੀ ਅਦਾ
ਦਾਨੀ ਦੇਣ ਵਾਲਾ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵੀ ਅਗਨਤ ਭਰੇ ਭੰਡਾਰ। ਦਿੰਦਾ ਦੇ ਲਹਿੰਦੇ ਥੱਕ ਪਾਏ, ਜੁਗਾਂ ਜੁਗੰਤਰ ਖਾਈ ਖਾਏ। ਸਦੀਆਂ ਤੋਂ ਚੱਲਿਆ ਆ ਰਿਹਾ, ਸਾਰਿਆਂ ਨੂੰ ਦੇ ਰਿਹਾ ਉਹ। ਪਾਲਕ ਐਸੇ ਜਿਨਹਾਰ ਹੈ, ਤੁਝ ਬਿਨ ਠਾਕਰ ਕਿਸੇ ਨਾ ਭਾਵੋ। ਜਿਹੜੇ ਗੁਰਸਿੱਖ ਸ਼ਬਦ ਦੀ ਕਮਾਈ ਕਰਦੇ ਨੇ ਉਹ ਆਪਦੇ ਠਾਕਰ ਹਰ ਤੋਂ ਬਿਨਾਂ ਕਿਸੇ ਦੇ ਅੱਗੇ ਨਹੀਂ ਝੁਕਦੇ। ਉਹੀ ਗੁਰ ਕੇ ਸਿੱਖ ਨੇ, ਉਹੀ ਖਾਲਸੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ? ਨਾਨਕ ਹਉਮੈ ਸ਼ਬਦ ਜਲਾਇਆ, ਸਤਿਗੁਰ ਸਾਚਾ ਦਰਸ਼ ਦਿਖਾਇਆ। ਫਿਰ ਦਰਸ਼ਨ ਹੁੰਦਾ ਹੈ ਬੁੱਧੀ ਨੂੰ ਭਾਈ, ਜਿਹੜੀ ਹਉਮੈ ਸਾਡੀ ਸ਼ਬਦ ਦੇ ਗਿਆਨ ਨਾਲ ਚਲੀ ਜਾਂਦੀ ਹੈ। ਹਉਮੈ ਬੂਝੇ ਤਾਂ ਦਰ ਸੂਝੇ। ਆਓ ਸਾਰੇ ਮਿਲ ਕੇ ਆਪਾਂ ਵੀ ਗੁਰਬਾਣੀ ਨੂੰ ਵਿਚਾਰੀਏ, ਸਾਨੂੰ ਵੀ ਇਹ ਪ੍ਰਾਪਤੀ ਹੋਵੇ। ਸੁਖ ਮੇ ਬਹੁ ਸੰਗੀ ਪਏ, ਦੁੱਖ ਮੇ ਸੰਗ ਨਾ ਕੋਏ। ਕਹੋ ਨਾਨਕ ਹਰਿ ਭਜ ਮਨਾ ਅੰਤ ਸਹਾਈ। ਸਾਨੂੰ ਵੀ ਅੰਤ ਨੂੰ ਸਹਾਈ ਹੋਏ, ਅਸੀਂ ਵੀ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲ ਕੇ ਸੰਸਾਰ ਦੇ ਵਿੱਚ ਸਾਡਾ ਜਿਹੜਾ ਜੀਵਨ ਹੈ ਸਫਲ ਹੋਵੇ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰੀਏ। ਇਹੀ ਲਾਹਾ ਵਾ ਜਾਂ ਖਾੜ ਚਲੋ ਹਰ ਲਾਹਾ, ਆਗੇ ਬਸਨ ਸੇ ਲਾਗੇ। ਆਪਦੇ ਘਰ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।